ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦਿੱਤੀ ਗਈ ਹੈ ਔਰ ਕੇਂਦਰ ਸਰਕਾਰ ਵੱਲੋਂ ਇਹ ਸਿਕਿਉਰਿਟੀ ਕਵਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦਿੱਤਾ ਗਿਆ ਹੈ। ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ। ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਤੇ ਇਹ ਸਿਕਿਉਰਿਟੀ ਦਿੱਤੀ ਗਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਜਥੇਬੰਦੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਔਰ ਇਸ ਸੰਸਥਾ ਦੇ ਜਿਹੜੇ ਮੁਖੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਾ ਹੋਵੇ। ਇਸ ਕਰਕੇ ਕੇਂਦਰ ਸਰਕਾਰ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਸਿਕਿਉਰਿਟੀ ਦੇਣ ਦਾ ਫੈਸਲਾ ਲਿਆ। ਪਰ ਐਸਜੀਪੀਸੀ ਨੇ ਅਪੀਲ ਕੀਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਉਹ ਜ਼ੈਡ ਸਿਕਿਉਰਿਟੀ ਨਾ ਲੈਣ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਕੇਂਦਰ ਦੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੇਂਦਰ ਦੀ ਸੁਰੱਖਿਆ ਦੀ ਮੰਗ ਨਹੀਂ ਕੀਤੀ ਬਲਕਿ ਕੇਂਦਰ ਸਰਕਾਰ ਨੇ ਆਪਣੇ ਪੱਧਰ ਤੇ ਸੁਰੱਖਿਆ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ 2 ਵਾਰ ਕਹਿ ਚੁੱਕੀ ਹੈ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਿਕਿਉਰਿਟੀ ਵਾਪਸ ਲਈ ਗਈ ਸੀ ਔਰ ਇੱਕ ਵੱਡਾ ਮੁੱਦਾ ਬਣ ਗਿਆ ਸੀ ਜਿਸ ਵੇਲੇ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਵਾਪਸ ਹੋਈ ਹੈ ਉਸ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਿਕਿਉਰਿਟੀ ਉਸ ਤੋਂ ਪਹਿਲਾਂ ਉਸ ਦੇ ਵਿੱਚ ਵੀ ਕਟੌਤੀ ਹੋਈ ਸੀ ਪਰ ਉਸ ਤੋਂ ਬਾਅਦ ਦੁਬਾਰਾ ਸਰਕਾਰ ਵੱਲੋਂ ਸਿਕਿਉਰਿਟੀ ਆਫਰ ਕੀਤੀ ਗਈ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਨਾ ਕਰ ਦਿੱਤਾ। ਫਿਰ ਦੂਸਰੀ ਵਾਰ ਫਿਰ ਸਿਕਿਉਰਿਟੀ ਆਫਰ ਹੋਈ ਹੈ ਪਰ ਉਦੋਂ ਵੀ ਜਥੇਦਾਰ ਸਾਹਿਬਾਨ ਨੇ ਇਸ ਨੂੰ ਲੈਣ ਤੋਂ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ ਔਰ ਕਿਉਂਕਿ ਪੰਜਾਬ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ 'ਚ ਕਟੌਤੀ ਕੀਤੀ ਸੀ ਪਰ ਜਦੋਂ ਸਰਕਾਰ ਨੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਕੇ ਪੇਸ਼ਕਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਸੁਰੱਖਿਆ ਨਹੀਂ ਲੈਣੀ, ਮੇਰੇ ਨਾਲ ਜਿਹੜੇ ਸਿੰਘ ਨੇ ਉਹ ਮੇਰੀ ਸੁਰੱਖਿਆ ਦੇ ਲਈ ਕਾਫੀ ਨੇ। ਸੋ ਹੁਣ ਐਸਜੀਪੀਸੀ ਨੇ ਇਹ ਕਿਹਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਸੁਰੱਖਿਆ ਨਹੀਂ ਲੈਣੀ ਚਾਹੀਦੀ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੁਰੱਖਿਆ ਮੰਗੀ ਨਹੀਂ, ਇਹ ਸੁਰੱਖਿਆ ਕੇਂਦਰ ਸਰਕਾਰ ਵੱਲੋਂ ਆਪਣੇ ਪੱਧਰ ਤੇ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਸੋ ਹਲੇ ਇਹ ਸਵਾਲ ਬਰਕਰਾਰ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਸੁਰੱਖਿਆ ਲੈਣਗੇ ਜਾਂ ਨਹੀਂ ਪਰ ਕੇਂਦਰ ਸਰਕਾਰ ਵੱਲੋਂ ਖੁਫੀਆ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੈਂਟਰ ਸਰਕਾਰ ਜੇ ਆਫਰ ਕਰੇ ਵੀ ਨਾ ਤਾਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜੀ ਆ ਨਾ ਉਹ Z+ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਖਾਲਸਾ ਪੰਥ ਖੁਦ ਕਰੂਗਾ। ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਕੋਈ ਡਰ ਨਹੀਂਗਾ, ਕੋਈ ਭੈ ਨਹੀਂਗਾ, ਕੋਈ ਗੱਲ ਨਹੀਂ ਗੀ ਕਿਉਂਕਿ ਉਹ ਸਿੱਖਾਂ ਦੇ ਜਿਹੜੇ ਹੈਗੇ ਆ ਨਾ ਮਤਲਬ ਵਿਚਾਰ ਆ ਜਿਹੜੇ ਸਿੱਖਾਂ ਦੀ ਮੰਗਾਂ ਨੇ ਉਹਨਾਂ ਦੇ ਖਾਲਸਾ ਪੰਥ ਦੇ ਵਿਚਾਰਾਂ ਦਾ ਪ੍ਰਗਟਾ ਕਰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕੌਮ ਤੋਂ ਨਾ। ਕੇਂਦਰ ਸਰਕਾਰ ਨੇ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ੈਡ ਸੁਰੱਖਿਆ ਉਹਨਾਂ ਦੀ ਥ੍ਰੈਟ ਪਰਸੈਪਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਇੱਕ ਐਡੂਕੇਟ ਸਿਕਿਉਰਿਟੀ ਔਰ ਐਪੋਪ੍ਰੀਏਟ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ। ਸਿਕਿਉਰਿਟੀ ਜਿਹੜੀ ਹੈ ਕਿਸੇ ਦਾ ਸਟੇਟਸ ਸਿੰਬਲ ਨਹੀਂ, ਇਹ ਜਾਨ ਦੀ ਸੁਰੱਖਿਆ ਵਾਸਤੇ ਆ ਔਰ ਕੇਂਦਰ ਸਰਕਾਰ ਨੇ ਪ੍ਰੋਪਰ ਉਹਦੀ ਅਸੈਸਮੈਂਟ ਕਰਕੇ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਇਹਦਾ ਬਹੁਤ ਬਵਾਲ ਬਣਾਇਆ ਗਿਆ ਕਿ ਅਸੀਂ ਫਲਾਣੇ ਦੀ ਸਿਕਿਉਰਿਟੀ ਉਤਾਰ ਲਈ, ਅਸੀਂ ਫਲਾਣੇ ਦੀ ਸਿਕਿਉਰਿਟੀ ਉਤਾਰ ਲਈ, ਅਸੀਂ ਸਟੇਟਸ ਸਿੰਬਲ ਉਤਾਰਤਾ, ਅਸੀਂ ਉਹਦਾ VIP ਕਲਚਰ। ਐਸਾ ਨਹੀਂ ਹੁੰਦਾ। ਸਿਕਿਉਰਿਟੀ ਜਿਹੜੀ ਆ ਉਹ ਇੱਕ ਟੈਂਪੋਰਲ ਹੈਡ ਨੇ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਕੋਈ ਵੀ ਰਿਲੀਜੀਅਸ ਹੈਡ ਹੋਵੇ ਉਹਦੀ ਬਹੁਤ ਵੱਡੀ ਮਾਨਤਾ ਹੁੰਦੀ ਆ। ਕੱਲ ਨੂੰ ਕੋਈ ਵਜ੍ਹਾ ਕਤਾ ਹੋ ਜਾਏ, ਰੱਬ ਨਾ ਕਰੇ ਛੋਟੀ ਜਿਹੀ ਕੋਈ ਘਟਨਾ ਘਟੇ, ਉਹਦਾ ਦੇਸ਼ ਭਰ 'ਚ ਬਹੁਤ ਵੱਡਾ ਪ੍ਰਭਾਵ ਹੋ ਸਕਦਾ। ਇਸ ਕਰਕੇ ਮੈਂ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਸਤਿਕਾਰਿਤ ਹਸਤੀ ਹੈ ਔਰ ਸਰਕਾਰਾਂ ਦਾ ਫਰਜ਼ ਬਣਦਾ ਹੈ ਇਹੋ ਜਿਹੀਆਂ ਸ਼ਖਸੀਅਤਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ। ਪਿਛਲੇ ਦਿਨਾਂ 'ਚ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਰਹੀਆਂ ਉਹਦੇ ਪਿੱਛੇ ਪੰਜਾਬ ਸਰਕਾਰ ਦੀ ਜਿਹੜੀ ਮਨਸ਼ਾ ਸੀ ਉਹ 6 ਜੂਨ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਸਿਕਿਉਰਿਟੀ ਰਿਵਿਊ ਦੀ ਪ੍ਰਕਿਰਿਆ ਸੀ। ਅੱਜ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦੇਣ ਦਾ ਜਿਹੜਾ ਫੈਸਲਾ ਕੀਤਾ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਇਹੋ ਜਿਹੀਆਂ ਹਸਤੀਆਂ ਦੇ ਨਾਮ ਤੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਔਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ। ਤਾਂ ਮਨਜਿੰਦਰ ਸਿਰਸਾ ਨੇ ਇਸ ਫੈਸਲੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸਰਾਹਨਾ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਵੀ ਇਸ ਫੈਸਲੇ ਦਾ ਸਵਾਗਤ ਕਰ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਇੱਕ ਸਰਮੌਰ ਹਸਤੀ ਨੇ ਔਰ ਇਸ ਕਰਕੇ ਉਹ ਇਸ ਫੈਸਲੇ ਦਾ ਸਵਾਗਤ ਕਰਦੇ ਨੇ। ਅਗਲੀ ਵੱਡੀ ਖਬਰ, ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਇੱਕ ਵੱਡਾ ਦਾਵਾ ਹੈ ਕਿ ਜੇਲ੍ਹਾਂ ਦੇ ਵਿੱਚੋਂ ਕਿਸ ਤਰੀਕੇ ਨਾਲ ਗੈਂਗਸਟਰਵਾਦ ਚੱਲਦਾ ਹੈ ਔਰ ਗੈਂਗਸਟਰ ਹੁਣ ਰੈਡੀਕਲ ਗਰੁੱਪਾਂ ਦੇ ਨਾਲ ਰਲ ਗਏ ਨੇ। ਇਹ ਗੱਲ ਸੁਖਜਿੰਦਰ ਰੰਧਾਵਾ ਵੱਲੋਂ ਕਹੀ ਗਈ ਹੈ ਕਿ ਜੇਲ੍ਹਾਂ ਤੋਂ ਗੈਂਗਸਟਰਾਂ ਦੇ ਨੈਕਸਸ ਚੱਲ ਰਹੇ ਨੇ
ਔਰ ਜੇਲ੍ਹਾਂ ਦੇ ਵਿੱਚ ਖੁਫੀਆ ਏਜੰਸੀਆਂ ਵੀ ਗੈਂਗਸਟਰਾਂ ਨੂੰ ਮੋਬਾਈਲ ਪਹੁੰਚਾ ਰਹੀਆਂ ਨੇ। ਇਹ ਦਾਅਵਾ ਕੀਤਾ ਹੈ ਦੇਸ਼ ਦੇ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ। ਉਹਨਾਂ ਨੇ ਕਿਹਾ ਹੈ ਕਿ ਗੈਂਗਸਟਰ ਹੁਣ ਰੈਡੀਕਲ ਗਰੁੱਪਾਂ ਦੇ ਨਾਲ ਰਲ ਗਏ ਨੇ। ਡੀਜੀਪੀ ਵੀਕੇ ਭਾਮਰਾ ਤੇ ਵੀ ਨਿਸ਼ਾਨੇ ਲਾਏ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੀਕੇ ਭਾਮਰਾ ਨੂੰ, ਆਪਣੀ ਸਰਕਾਰ ਸੀ ਜਿਸ ਵੇਲੇ ਕਾਂਗਰਸ ਦੀ, ਤਾਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਸੀਂ ਉਸ ਵੇਲੇ ਵੀਕੇ ਭਾਮਰਾ ਨੂੰ ਲਗਾ ਕੇ ਗਲਤੀ ਕੀਤੀ, ਡੀਜੀਪੀ ਲਗਾ ਕੇ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਅਸੀਂ ਵੀਕੇ ਭਾਮਰਾ ਨੂੰ ਡੀਜੀਪੀ ਲਗਾਇਆ ਕਿਉਂਕਿ ਉਹ ਬੇहद ਕਮਜ਼ੋਰ ਤੇ ਬਿਨਾਂ ਰੀੜ ਦੀ ਹੱਡੀ ਵਾਲਾ ਡੀਜੀਪੀ ਹੈ। ਇਹ ਗੱਲ ਸੁਖਜਿੰਦਰ ਰੰਧਾਵਾ ਵੱਲੋਂ ਅੱਜ ਨਿਊਜ਼ 18 ਨਾਲ ਖਾਸ ਗੱਲਬਾਤ ਦੌਰਾਨ ਕਹੀ ਗਈ ਹੈ। ਬਠਿੰਡਾ ਜੇਲ੍ਹ ਦਾ ਕਿ ਇੱਕ ਜੇਲ੍ਹ ਨੂੰ ਜਿਹੜੀ ਬਿਲਕੁਲ ਸੈਪਰੇਟ ਜੀ ਸੀ ਕਿ ਇੱਥੇ ਜਿਹੜੇ ਨੈਟਵਰਕ ਜੈਮ ਕਰਦੀ ਹੈ ਤੇ ਜਿਹੜੇ ਟੈਲੀਫੋਨ ਕਾਲਸ ਨੇ ਉਹ ਨਾ ਜਾ ਸਕਣ, ਇਹਨਾਂ ਨੂੰ ਇੱਕ ਦੂਜੇ ਨੂੰ ਮਿਲ ਨਾ ਦਿੱਤਾ ਜਾਵੇ। ਮੇਰੇ ਅਗੇਂਸਟ ਕੋਰਟ 'ਚ ਵੀ ਕੇਸ ਪਏ, ਮੇਰੇ ਅਗੇਂਸਟ ਬਹੁਤ ਕੁਝ ਹਵਾ ਗੁੱਲਾ ਵੀ ਬੜਾ ਚੱਲਿਆ। ਪਰ ਤੁਸੀਂ ਇਹ ਜਿਹੜਾ ਦਾਵਾ ਕਰ ਰਹੇ ਹੋ ਰੰਧਾਵਾ ਸਾਹਿਬ, ਟਿਕਟ ਕਾ ਤਾਂ ਕੁਝ ਵੀ ਨਹੀਂ, ਹਾਲਾਂਕਿ ਆਪਾਂ ਚਲੋ ਇਸ ਪਾਸੇ ਬਾਅਦ ਚ ਚੱਲਾਂਗੇ, ਟੈਕਨੀਕਲੀ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਪਰ ਜਿਵੇਂ ਤੁਸੀਂ ਦਾਵਾ ਕਰ ਰਹੇ ਹੋ ਕਿ ਮੈਂ ਡਾਰਕ ਜ਼ੋਨ ਬਣਾਤਾ, ਮੈਂ ਆਹ ਕਰਤਾ, ਮੈਂ ਜੈਮਰ ਲਾਤਾ, ਤੇ ਕੰਮ ਤਾਂ ਬੰਦ ਨਹੀਂ ਹੋਇਆ ਜੀ। ਉਹਦੇ ਚ ਨੈਟਵਰਕ ਇਸ ਕਰਕੇ ਨਹੀਂ ਬੰਦ ਹੋਇਆ ਕਿ ਅਸੀਂ ਉੱਥੋਂ ਇਹਨਾਂ ਨੂੰ ਕੋਰਟਾਂ ਦੇ ਰਾਹੀਂ ਜਾਂ ਹੋਰ ਤਰੀਕੇ ਦੇ ਨਾਲ ਇਹ ਜੇਲ੍ਹਾਂ 'ਚੋਂ ਸ਼ਿਫਟ ਹੋ ਗਏ। ਆਪਰੇਟ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੇ ਤੇ ਜਿਹੜੇ ਅਮਰੀਕਾ 'ਚ ਬੈਠੇ ਨੇ ਜਾਂ ਬਾਹਰਲੀ ਕੰਟਰੀ 'ਚ ਬੈਠੇ ਨੇ ਉਹਦੇ ਤੋਂ ਹੀ ਆਪਰੇਟ ਕੀਤਾ ਜਾਂਦਾ। ਔਰ ਜਿਹੜਾ ਮੋਬਾਈਲ ਆ ਇਹ ਉੱਥੋਂ ਬਾਹਰਲਾ ਹੀ ਨੰਬਰ ਹੁੰਦਾ, WhatsApp ਕਾਲਸ ਹੁੰਦੀਆਂ ਨੇ। ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਜੇਲ੍ਹ ਡਿਪਾਰਟਮੈਂਟ ਵਿੱਚ ਵੀ ਕੋਈ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਇਹਨਾਂ ਨੂੰ, ਤੇ ਜਾਂ ਏਜੰਸੀ ਵੀ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਕਹਿੰਦੇ ਨੇ ਅਸੀਂ ਇਹਨਾਂ ਕੋਲ ਇਨਪੁਟ ਲੈਂਦੇ ਹਾਂ, ਪਰ ਉਹਦੇ 'ਚ ਮੈਂ ਕਦੀ ਐਗਰੀ ਨਹੀਂ ਕੀਤਾ। ਮੇਰੀ ਉਦੋਂ ਵੀ ਲੜਾਈ ਰਹੀ ਕਿ ਜੇ ਤੁਸੀਂ ਇਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਇਹਨਾਂ ਨੂੰ ਆਰਡੀਨਰੀ ਫੋਨ ਦਿਓ ਅੰਦਰ। ਇਹ ਬਿਲਕੁਲ ਮੈਂ ਤੁਹਾਡੇ ਸਾਹਮਣੇ ਕਰਕੇ ਬਹੁਤ ਵੱਡੀ ਗੱਲ ਕਹਿ ਰਹੇ ਹੋ। ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਕਿ ਏਜੰਸੀਆਂ ਜੇਲ੍ਹਾਂ 'ਚ ਇਹਨਾਂ ਨੂੰ ਮੋਬਾਈਲ ਪ੍ਰੋਵਾਈਡ ਕਰ ਜਾਂਦੀਆਂ ਨੇ। ਇਹ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਤੁਸੀਂ ਸਟੇਟਮੈਂਟ ਦਿੱਤੀ ਪਹਿਲੇ ਦਿਨ ਕਿ ਜੇ ਆਪਣੀ ਬੁਲਟ ਪ੍ਰੂਫ ਨਹੀਂ ਲੈ ਕਰ ਗਏ, ਮੈਂ ਡੀਜੀਪੀ ਨੂੰ ਕਹਿਣਾ ਕਿ ਤੇਰੇ ਕੋਲ ਬੁਲਟ ਪ੍ਰੂਫ ਆ, ਤੂੰ ਕੱਲਾ ਜਾ ਤੇ ਫਿਰ ਪਤਾ ਲੱਗੂ। ਜਿੰਨੀ ਚਿਰ ਬੁਲਟ ਪ੍ਰੂਫ ਗੱਡੀ ਦੇ ਨਾਲ ਉਹਨੂੰ escort ਨਹੀਂ ਹੁੰਦੀ, ਪਿਛਲੀ ਸਾਈਡ ਤੇ ਨਹੀਂ ਉਹਦੇ ਚੱਲਦੇ, ਗਨਮੈਨ ਨਹੀਂ ਚੱਲਦੇ, ਬੁਲਟ ਪ੍ਰੂਫ ਦਾ ਕੋਈ ਮਾਇਨੇ ਨਹੀਂ। ਪਿਛਲੀ ਸਾਈਡ ਤੋਂ ਟੈਕਨੀਕਲੀ ਇਸ ਕਰਕੇ ਕਿ ਜਿਹੜਾ ਬੁਲਟ ਪ੍ਰੂਫ ਦਪਿੰਦਰ ਜਿਹੜਾ ਬੈਠ ਗਿਆ ਉਹ ਤਾਂ ਆਪਣੇ ਆਪ ਨੂੰ ਸੇਫ ਕਰਕੇ ਬੈਠ ਗਿਆ, ਤੇ ਅਟੈਕ ਹੋਣਾ ਬਾਹਰੋਂ। ਜਿਹੜੇ ਉਹਦੇ ਨਾਲ ਅੰਦਰ ਗਨਮੈਨ ਹੋਣਗੇ, ਜੇ ਦਰਵਾਜ਼ਾ ਖੋਲਣਗੇ ਉਹਨਾਂ ਤੇ ਆਪ ਹੀ ਖੋਲ ਕੇ ਉਹਨਾਂ ਨੂੰ ਐਗਜ਼ਿਟ ਦੇ ਐਕਸੈਸ ਦੇ ਦਿੱਤਾ ਕਿ ਮਾਰੋ ਗੋਲੀ ਜਿਹੜਾ ਅੰਦਰ ਬੈਠਾ, ਤੇ ਉਹਨੂੰ ਕਵਰ ਕਰ ਲਈ ਪਿਛਲੇ ਸਕਾਟ ਵਾਲਾ ਹੀ ਬਚਾਊ, ਉਹਦੇ ਟਾਇਰ ਤੇ ਪਿਛਲੇ ਟਾਇਰਾਂ 'ਚ ਗੋਲੀ ਮਾਰੂ। ਤੁਹਾਡੇ ਮੁਤਾਬਕ ਅਟੈਕ ਜ਼ਿਆਦਾ ਹੋਣ ਦੇ ਚਾਂਸ ਪਿੱਛੋਂ ਹੀ ਹੁੰਦੇ ਆ। ਤੇ ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਲੈਣੇ ਹਾਂ। ਸਿੱਧੂ ਮੂਸੇਵਾਲਾ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸਿੱਧੂ ਮੂਸੇਵਾਲਾ ਕਤਲकांड ਸੁਪਰੀਮ ਕੋਰਟ ਪਹੁੰਚ ਗਿਆ ਹੈ ਔਰ बीजेपी नेता जगजीत सिंह मिल्खा ने इस कतलकांड की सीबीआई जांच कराने की मांग की है। सुप्रीम कोर्ट दे विच एक पटीशन पाई गई है और उस पटीशन दे विच सिद्धू मूसेवाला कतलकांड की सीबीआई जांच कराने की मांग की गई है। इस वेले की वड्डी अपडेट, बीजेपी नेता ने एक कोर्ट दे विच पटीशन पाई है और पंजाब सरकार ते गंभीर इल्जाम लाए गए ने। इस पोस्ट दे विच मानसा दे सरदूलगढ़ तो भारतीय जनता पार्टी के जिहड़े उम्मीदवार रहे ने विधान सभा चोणां दे विच जो चोण हार गए जगजीत सिंह मिल्खा, उन्हां वल्लों यह पटीशन सुप्रीम कोर्ट दे विच दाखिल की गई है और सिद्धू मूसेवाला कतलकांड मामला जिहड़ा है वो सीबीआई नूं ट्रांसफर करन दी मांग की गई है। पंजाब सरकार ते सवाल खड़े किए गए ने। यह दस्सिया गया कि एक दिन पहला ही पंजाब सरकार वल्लों सिद्धू मूसेवाला की सुरक्षा दे विच कटौती की गई सी और उस तो अगले दिन ही उन्हां दा मर्डर हो गया। यह भी लिखा गया उस दे विच कि जो सुरक्षा दे विच कटौती की गई सी उसनूं वड्डे पद्धर ते प्रचारित किया गया और जिस तो तुरंत बाद जिहड़ा उन्हां नूं थ्रैट सी या जिहड़े लोग उन्हां दे पिछे लगे हुए सी वो एक्शन च आ गए ते अगले दिन ही उन्हां ने सिद्धू मूसेवाला दा मर्डर कर दिता। जगजीत सिंह ने अपनी पटीशन दे विच कहा कि पंजाब पुलिस तो हटा के जांच सीबीआई नूं सौंपी जावे। ਤੇ ਅਗਲੀ ਵੱਡੀ ਅਪਡੇਟ ਦਾ ਰੁਖ ਕਰਦੇ ਹਾਂ। ਅੱਜ ਸਿੱਧੂ ਮੂਸੇਵਾਲਾ ਦੇ ਘਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ। ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ। ਪਿੰਡ ਮੂਸਾ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਪਹੁੰਚੇ ਔਰ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਸਵੇਰੇ 9 ਵਜੇ ਦੇ ਕਰੀਬ ਭਗਵੰਤ ਮਾਨ ਉੱਥੇ ਪਹੁੰਚੇ, ਪਰਿਵਾਰ ਨੂੰ ਮਿਲੇ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।
करीब 1 घंटे तक ये मुलाकात चलती रही। सीएम ने परिवार को भरोसा दिता कि उन्होंने